ਪਿਆਰੇ ਵਿਦਿਆਰਥੀਓ, ਮੈਂ ਕੁਲਦੀਪ ਸਿੰਘ ਆਪ ਸਭ ਨੂੰ ਸਤਿ ਸ੍ਰੀ ਅਕਾਲ ਕਹਿੰਦਾ ਹਾਂ। ਤੇ ਅੱਜ ਆਪਾਂ ਪੜ੍ਹਨ ਜਾ ਰਹੇ ਹਾਂ ਜਮਾਤ 12ਵੀਂ ਤੇ ਰੂਪ ਵਿਧਾਨ ਦੇ ਵਿੱਚੋਂ ਸਾਹਿਤ ਦੇ ਰੂਪਾਂ ਦੇ ਵਿੱਚੋਂ ਇਕਾਂਗੀ ਦੀ ਆਪਾਂ ਗੱਲ ਕਰਾਂਗੇ। ਇਕਾਂਗੀ ਕਹਿੰਦੇ ਕਿਸ ਨੂੰ ਹਨ ਤੇ ਇਕਾਂਗੀ ਕਿੰਨਾ ਤੱਤਾਂ ਦੇ ਨਾਲ ਮਿਲ ਕੇ ਬਣਦਾ ਹੈ, ਇਸ ਦੀ ਆਪਾਂ ਅੱਜ ਗੱਲ ਕਰਨ ਜਾ ਰਹੇ ਹਾਂ। ਤਾਂ ਸਾਰਿਆਂ ਤੋਂ ਪਹਿਲਾਂ ਅਸੀਂ ਇਕਾਂਗੀ ਦੀ ਗੱਲ ਕਰਦੇ ਹਾਂ। ਇਕਾਂਗੀ ਨੂੰ ਅੰਗਰੇਜ਼ੀ ਦੇ ਵਿੱਚ ਵਨ ਐਕਟ ਪਲੇ ਕਿਹਾ ਜਾਂਦਾ ਹੈ, ਯਾਨੀ ਕਿ ਇੱਕੋ ਹੀ ਅੰਗ ਦੇ ਵਿੱਚ ਜਿਹਨੂੰ ਖੇਡਿਆ ਜਾਂਦਾ ਹੈ। ਜਿਹੜਾ ਪੂਰਾ ਨਾਟਕ ਹੈ ਉਸ ਦੇ ਕਈ ਸਾਰੇ ਅੰਗ ਹੁੰਦੇ ਹਨ ਤੇ ਜਿਹੜਾ ਇਕਾਂਗੀ ਹੈ ਉਸ ਦਾ ਇੱਕ ਹੀ ਅੰਗ ਹੁੰਦਾ ਹੈ। ਜਿਵੇਂ ਅਸੀਂ ਇਸ ਦਾ ਜੇ ਸੰਧੀ ਛੇਦ ਕਰੀਏ ਤਾਂ ਇੱਕ ਅੰਗੀ, ਯਾਨੀ ਕਿ ਇੱਕ ਅੰਕ ਵਾਲੀ। ਜਿਹੜਾ ਪੂਰਾ ਨਾਟਕ ਹੈ ਉਸ ਦੇ ਕਈ ਸਾਰੇ ਅੰਕ ਹੁੰਦੇ ਹਨ ਤੇ ਇਕਾਂਗੀ ਦਾ ਇੱਕੋ ਹੀ ਭਾਗ ਦੇ ਵਿੱਚ ਇਸ ਦਾ ਸਮਾਪਨ ਕੀਤਾ ਜਾਂਦਾ ਹੈ। ਇਹ ਤਾਂ ਹੋ ਗਈ ਇਸ ਦੀ ਗੱਲ ਨਾਟਕ ਦੇ ਨਾਲ ਤੁਲਨਾ ਕਰਦੇ ਹੋਏ, ਕਿਉਂਕਿ ਨਾਟਕ ਹੈ ਜਿਹੜਾ ਉਹ ਇੱਕ ਇਸ ਦਾ ਵੱਡਾ ਰੂਪ ਹੈ, ਵਿਸਤ੍ਰਿਤ ਰੂਪ ਹੈ। ਜੇ ਅਸੀਂ ਇਸ ਨੂੰ ਸਮਝਣਾ ਚਾਹੀਏ ਨਾਟਕ ਦੇ ਨਾਲ ਤੁਲਨਾ ਕਰਦੇ ਹੋਏ, ਨਾਟਕ ਦੇ ਵਿੱਚ ਕਈ ਸਾਰੇ ਅੰਕ ਹੁੰਦੇ ਹਨ, 3 ਹੋ ਸਕਦੇ ਹਨ, 5 ਹੋ ਸਕਦੇ ਹਨ, ਪਰ ਨਾਟਕ ਦੀ ਤੁਲਨਾ ਦੇ ਵਿੱਚ ਇਕਾਂਗੀ ਦੇ ਵਿੱਚ ਇੱਕ ਹੀ ਅੰਕ ਹੈ ਜਿਹੜਾ ਉਹ ਹੁੰਦਾ ਹੈ। ਤੇ ਇਸੇ ਆਧਾਰ 'ਤੇ ਅਸੀਂ ਇਸ ਦੀ ਸੰਰਚਨਾ, ਯਾਨੀ ਕਿ ਇਸ ਦੀ ਜਿਹੜੀ ਬਣਾਵਟ ਹੁੰਦੀ ਹੈ ਕਿ ਇਹ ਆਪਣਾ ਰੂਪ ਕਿਵੇਂ ਧਾਰਨ ਕਰਦੀ ਹੈ, ਅਸੀਂ ਉਸ ਦੀ ਗੱਲ ਅੱਗੇ ਕਰਾਂਗੇ। ਕੁਝ ਪਰਿਭਾਸ਼ਾਵਾਂ ਪੜ੍ਹਦੇ ਹਾਂ ਜਿਨ੍ਹਾਂ ਦੇ ਆਧਾਰ 'ਤੇ ਸਾਨੂੰ ਇਕਾਂਗੀ ਦੇ ਬਾਰੇ ਗਿਆਨ ਹੋਊਗਾ। ਰੋਸ਼ਨ ਲਾਲ ਅਹੂਜਾ ਕਹਿੰਦੇ ਹਨ ਕਿ ਇਕਾਂਗੀ ਵਿੱਚ ਦਰਸ਼ਨ ਜਾਂ ਫਲਸਫੇ ਦੀ, ਯਾਨੀ ਕਿ ਬਹੁਤਾ ਗਿਆਨ ਦੇਣ ਦੀ ਥਾਂ ਨਹੀਂ ਹੋ ਸਕਦੀ, ਕਿਉਂਕਿ ਇਹ ਜੀਵਨ ਦੀ ਇੱਕ ਝਲਕ ਹੀ ਪੇਸ਼ ਕਰਦੀ ਹੈ। ਨਾਟਕ ਦੀ ਤੁਲਨਾ ਦੇ ਵਿੱਚ ਇੱਕ ਤਾਂ ਇਸ ਦਾ ਆਕਾਰ ਹੈ ਜਿਹੜਾ ਉਹ ਛੋਟਾ ਹੁੰਦਾ ਹੈ, ਜਿਸ ਦੀ ਆਪਾਂ ਗੱਲ ਪਹਿਲਾਂ ਹੀ ਕਰ ਚੁੱਕੇ ਹਾਂ, ਕਿਉਂਕਿ ਇਹ ਇੱਕ ਹੀ ਅੰਕ ਹੁੰਦਾ ਹੈ ਇਸ ਦੇ ਵਿੱਚ। ਤਾਂ ਇਸ ਦੇ ਲਈ ਇਸ ਦੇ ਵਿੱਚ ਕੋਈ ਬਹੁਤਾ ਜ਼ਿਆਦਾ ਗਿਆਨ ਜਾਂ ਫਲਸਫਾ ਦਰਸ਼ਨ ਕੋਈ ਪੇਸ਼ ਨਹੀਂ ਕੀਤਾ ਜਾ ਸਕਦਾ। ਜੀਵਨ ਦੀ ਇੱਕ ਝਲਕ ਮਾਤਰ ਇਸ ਦੇ ਵਿੱਚ ਪੇਸ਼ ਕੀਤੀ ਜਾ ਸਕਦੀ ਹੈ। ਇਹ ਹੈ। ਇੱਕ ਸਾਡੇ ਕੋਲ ਹੋਰ ਪਰਿਭਾਸ਼ਾ ਹੈ ਸੰਤ ਗੋਬਿੰਦਾ ਦਾਸ ਦੀ। ਇਕਾਂਗੀ ਬਾਰੇ ਚਰਚਾ ਕਰਦਿਆਂ ਲਿਖਦੇ ਹਨ ਕਿ ਇਕਾਂਗੀ ਜੀਵਨ ਦੀ ਕਿਸੇ ਇੱਕ ਸਮੱਸਿਆ ਨਾਲ ਸੰਬੰਧਿਤ ਹੋਣੀ ਚਾਹੀਦੀ ਹੈ, ਕਿਉਂਕਿ ਇੱਕੋ ਅੰਗ ਹੈ ਤਾਂ ਇਸ ਦੇ ਵਿੱਚ ਜਿਹੜੀ ਸਮੱਸਿਆ ਹੈ ਉਹ ਵੀ ਇੱਕ ਹੀ ਲਈ ਜਾ ਸਕਦੀ ਹੈ। ਬਹੁਤੀਆਂ ਸਮੱਸਿਆਵਾਂ ਦੀ ਪੇਸ਼ਕਾਰੀ ਇਕਾਂਗੀ ਦੇ ਵਿੱਚ ਸੰਭਵ ਨਹੀਂ ਹੈ। ਇਕਾਂਗੀ ਜੀਵਨ ਦੀ ਕਿਸੇ ਇੱਕ ਸਮੱਸਿਆ ਨਾਲ ਸੰਬੰਧਿਤ ਹੋਣੀ ਚਾਹੀਦੀ ਹੈ। ਇਸ ਅੰਦਰ ਅੰਤਰੀਵ ਸੰਘਰਸ਼, ਗੋਂਦ ਦਾ ਸੰਗਠਨ, ਯਾਨੀ ਕਿ ਜਿਹੜਾ ਪਲਾਟ ਹੈ ਉਸ ਦਾ ਸੰਗਠਨ ਹੋਣਾ ਚਾਹੀਦਾ ਹੈ। ਪਾਤਰ ਉਸਾਰੀ ਤੇ ਮਨੋਰੰਜਨ ਆਦਿ ਦੀ ਹੋਂਦ ਜ਼ਰੂਰੀ ਹੈ। ਜਿਹੜੀ ਇੱਕ ਸਮੱਸਿਆ ਲਈ ਗਈ ਹੈ ਉਹਦੇ ਵਿੱਚ ਕੀ ਹੋਣਾ ਚਾਹੀਦਾ ਹੈ? ਇੱਕ ਤਾਂ ਉਹਨਾਂ ਦੀਆਂ ਜਿਹੜੀਆਂ ਘਟਨਾਵਾਂ ਹਨ ਉਹਦੇ ਵਿੱਚ ਅੰਤਰੀਵ ਭਾਵ ਅੰਦਰਲਾ ਸੰਘਰਸ਼ ਬਣਿਆ ਰਹਿਣਾ ਚਾਹੀਦਾ ਹੈ, ਉਹਨਾਂ ਦੇ ਵਿੱਚ ਉਲਝਾਓ ਪੈਦਾ ਹੋਣਾ ਚਾਹੀਦਾ ਤੇ ਅਖੀਰ ਦੇ ਜਾ ਕੇ ਉਹ ਉਲਝਾਓ ਸੁਲਝ ਜਾਣਾ ਚਾਹੀਦਾ ਹੈ। ਦੂਜਾ, ਜਿਹੜੀ ਗੋਂਦ ਹੈ ਉਸ ਦਾ ਪਲਾਟ ਹੈ ਉਸ ਦਾ ਸੰਗਠਨ ਹੋਣਾ ਚਾਹੀਦਾ ਹੈ, ਭਾਵ ਆਪਸ ਵਿੱਚ ਜੁੜਿਆ ਹੋਣਾ ਚਾਹੀਦਾ ਹੈ, ਬਹੁਤਾ ਉਸ ਦੇ ਵਿੱਚ ਉਲਝਾ ਜਾਂ ਵਿਸਤਾਰ ਨਹੀਂ ਹੋਣਾ ਚਾਹੀਦਾ। ਪਾਤਰ ਉਸਾਰੀ ਵੀ ਉਸ ਦੇ ਵਿੱਚ ਹੋ ਜਾਣੀ ਚਾਹੀਦੀ ਹੈ, ਜੋ ਪਾਤਰ ਚੁਣੇ ਗਏ ਹਨ ਉਹਨਾਂ ਦਾ ਪਾਤਰ ਚਿੱਤਰਣ ਕਰ ਦਿੱਤਾ ਜਾਵੇ, ਤੇ ਮਨੋਰੰਜਨ ਵੀ ਨਾਲ ਨਾਲ ਜ਼ਰੂਰੀ ਹੈ ਇਕਾਂਗੀ ਦੇ ਲਈ। ਹੁਣ ਅਸੀਂ ਗੱਲ ਕਰਦੇ ਹਾਂ ਇਕਾਂਗੀ ਦੇ ਤੱਤਾਂ ਦੀ। ਇਕਾਂਗੀ ਦੇ ਤੱਤ ਬਹੁਤ ਸਾਰੇ ਹੈ ਜਿਹੜੇ ਉਹ ਨਾਟਕ ਨਾਲ ਮੇਲ ਖਾਂਦੇ ਹਨ। ਪਹਿਲਾ ਹੈ ਵਿਸ਼ਾ ਵਸਤੂ, ਪਾਤਰ ਤੇ ਪਾਤਰ ਉਸਾਰੀ, ਵਾਰਤਾਲਾਪ, ਦੇਸ਼ ਕਾਲ ਜਾਂ ਵਾਤਾਵਰਨ, ਸ਼ੈਲੀ, ਉਦੇਸ਼, ਰੰਗਮੰਚੀ ਅਨੁਕੂਲਤਾ। ਇਹਦੇ ਵਿੱਚੋਂ ਬਹੁਤ ਸਾਰਾ ਕੁਛ ਨਾਟਕ ਦੇ ਨਾਲ ਮਿਲਦਾ ਜੁਲਦਾ ਹੀ ਹੈ। ਇੱਕ ਤਾਂ ਅਸੀਂ ਇਸ ਨੂੰ ਜਿਹੜਾ ਨਾਟਕ ਦੇ ਨਾਲ ਇਸ ਦਾ ਆਕਾਰ ਹੈ ਉਹ ਇਸ ਦਾ ਆਕਾਰ ਛੋਟਾ ਹੈ, ਤੇ ਤੱਤ ਹੈ ਜਿਹੜੇ ਉਹ ਲਗਭਗ ਨਾਟਕ ਦੇ ਨਾਲ ਮਿਲਦੇ ਜੁਲਦੇ ਹੀ ਹਨ। ਉਸੇ ਤਰੀਕੇ ਨਾਲ ਹੀ ਇਕਾਂਗੀ ਦੀ ਪੇਸ਼ਕਾਰੀ ਕੀਤੀ ਜਾਂਦੀ ਹੈ। ਨਾਟਕ ਦਾ ਜਿਹੜਾ ਆਕਾਰ ਹੈ ਉਹ ਵੱਡਾ ਹੁੰਦਾ ਹੈ ਤੇ ਇਕਾਂਗੀ ਦਾ ਆਕਾਰ ਹੈ ਜਿਹੜਾ ਛੋਟਾ ਹੁੰਦਾ ਹੈ। ਕੁਛ ਅੰਦਰੂਨੀ ਫਰਕ ਹੁੰਦੇ ਹਨ ਜਿਨ੍ਹਾਂ ਦੀ ਗੱਲ ਆਪਾਂ ਅੱਗੇ ਚੱਲ ਕੇ ਤੱਤਾਂ ਦੇ ਵਿੱਚ ਕਰ ਲੈਂਦੇ ਹਾਂ। ਤਾਂ ਸਾਰਿਆਂ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਵਿਸ਼ਾ ਵਸਤੂ ਦੇ ਬਾਰੇ, ਕਿ ਵਿਸ਼ਾ ਵਸਤੂ ਇਕਾਂਗੀ ਦੇ ਵਿੱਚ ਕਿਸ ਪ੍ਰਕਾਰ ਪੇਸ਼ ਕੀਤਾ ਜਾਂਦਾ ਹੈ। ਵਿਸ਼ਾ ਵਸਤੂ ਤੋਂ ਬਿਨਾਂ ਇਕਾਂਗੀ ਦੀ ਹੋਂਦ ਸੰਭਵ ਨਹੀਂ, ਕਿਉਂਕਿ ਕਿਸੇ ਵਿਸ਼ਾ ਵਸਤੂ ਨੂੰ ਤਾਂ ਪੇਸ਼ ਕਰਨਾ ਹੀ ਹੈ ਇਕਾਂਗੀ ਦੇ ਵਿੱਚ। ਇਸ ਤੋਂ ਬਿਨਾਂ ਇਕਾਂਗੀ ਦੀ ਜਿਹੜੀ ਹੋਂਦ ਹੈ ਉਹ ਸੰਭਵ ਨਹੀਂ ਹੈ। ਇਕਾਂਗੀ ਦਾ ਵਿਸ਼ਾ ਵਸਤੂ ਵੱਡੀ ਘਟਨਾ ਨੂੰ ਆਪਣੇ ਕਲਾਵੇ ਵਿੱਚ ਲੈਣ ਦੀ ਬਜਾਏ ਜੀਵਨ ਦੀ ਛੋਟੀ ਜਿਹੀ ਘਟਨਾ ਨੂੰ ਪੇਸ਼ ਕਰਦਾ ਹੈ। ਇਸ ਦੇ ਵਿੱਚ ਕਿਸੇ ਵੱਡੀ ਘਟਨਾ ਨੂੰ ਪੇਸ਼ ਨਹੀਂ ਕੀਤਾ ਜਾ ਸਕਦਾ, ਇਸ ਦੀ ਥਾਂ 'ਤੇ ਛੋਟੀ ਜਿਹੀ ਘਟਨਾ ਹੈ ਜਿਹੜੀ ਉਹ ਇਕਾਂਗੀ ਦੇ ਵਿੱਚ ਪੇਸ਼ ਕੀਤੀ ਜਾ ਸਕਦੀ ਹੈ, ਕਿਉਂਕਿ ਇਸ ਦਾ ਬਹੁਤਾ ਜ਼ਿਆਦਾ ਵਿਸਥਾਰ ਨਹੀਂ ਕੀਤਾ ਜਾ ਸਕਦਾ। ਇਸ ਤਰ੍ਹਾਂ ਇਕਾਂਗੀ ਜੀਵਨ ਦੇ ਕਿਸੇ ਇੱਕ ਪੱਖ ਨੂੰ ਪ੍ਰਭਾਵਮਈ ਤਰੀਕੇ ਦੇ ਨਾਲ
ਪੇਸ਼ ਕਰਦਾ ਹੈ। ਇਕਾਂਗੀ ਦੇ ਵਿੱਚ ਕਿਸੇ ਜੀਵਨ ਦੇ ਇੱਕ ਪੱਖ ਨੂੰ ਹੀ ਪੇਸ਼ ਕੀਤਾ ਜਾ ਸਕਦਾ ਹੈ। ਜੀਵਨ ਦੇ ਸਾਰੇ ਪੱਖਾਂ ਨੂੰ ਇਕਾਂਗੀ ਦੇ ਵਿੱਚ ਪੇਸ਼ ਕਰਨਾ ਸੰਭਵ ਨਹੀਂ ਹੈ। ਇਕਾਂਗੀ ਦਾ ਵਿਸ਼ਾ ਸੰਜਮਮਈ, ਸੰਜਮ ਮਤਲਬ ਉਸ ਦੇ ਵਿੱਚ ਸੰਜਮ ਹੋਣਾ ਚਾਹੀਦਾ ਹੈ, ਧੀਰਜ ਹੋਣਾ ਚਾਹੀਦਾ ਹੈ, ਬਹੁਤਾ ਵਿਸਥਾਰ ਨਹੀਂ ਹੋਣਾ ਚਾਹੀਦਾ। ਸਮੇਂ ਸਥਾਨ ਤੇ ਕਾਰਜ ਦੀ ਏਕਤਾ ਨੂੰ ਦਰਸਾਉਂਦਾ ਹੈ। ਹੁਣ ਸਮੇਂ ਸਥਾਨ ਤੇ ਕਾਰਜ ਦੀ ਏਕਤਾ ਕੀ ਹੈ, ਆਪਾਂ ਤਿੰਨਾਂ ਦੀ ਇੱਕ ਇੱਕ ਕਰਕੇ ਗੱਲ ਕਰ ਲੈਂਦੇ ਹਾਂ। ਸਮੇਂ ਦੀ ਏਕਤਾ ਤੋਂ ਭਾਵ ਹੈ ਕਿ ਜਿਹੜੀ ਉਸ ਦੇ ਵਿੱਚ ਵਿਸ਼ਾ ਵਸਤੂ ਪੇਸ਼ ਕੀਤੀ ਜਾਣੀ ਹੈ ਉਹ ਇੱਕੋ ਹੀ ਸਮੇਂ ਦੀ ਹੋਵੇ, ਕਿਉਂਕਿ ਇਸ ਨੂੰ ਇੱਕ ਅੰਕ ਦੇ ਵਿੱਚ ਪੇਸ਼ ਕੀਤਾ ਜਾਣਾ ਹੈ ਨਾ, ਇੱਕ ਅੰਕ ਦੇ ਵਿੱਚ ਪੇਸ਼ ਕੀਤਾ ਜਾਣਾ ਹੈ ਤਾਂ ਜਿਹੜੀਆਂ ਘਟਨਾਵਾਂ ਹਨ ਉਹ ਵੱਖ-ਵੱਖ ਸਮੇਂ ਦੀਆਂ ਪੇਸ਼ ਹੋਣਗੀਆਂ। ਤਾਂ ਫਿਰ ਜਿਹੜਾ ਉਸ ਦਾ ਰੰਗਮੰਚ ਹੈ, ਰੰਗਮੰਚ ਤੇ ਪੇਸ਼ ਕਰਨਾ ਵੱਖ-ਵੱਖ ਸਮੇਂ ਦੀਆਂ ਘਟਨਾਵਾਂ ਨੂੰ ਸੰਭਵ ਨਹੀਂ ਹੁੰਦਾ। ਇੱਕੋ ਸਮੇਂ ਦੀਆਂ ਘਟਨਾਵਾਂ ਹੋਣਗੀਆਂ ਤਾਂ ਉਸ ਦਾ ਪ੍ਰਭਾਵ ਜ਼ਿਆਦਾ ਵਧੂਗਾ। ਦੂਜੀ ਗੱਲ ਹੈ ਸਥਾਨ ਦੀ ਏਕਤਾ ਹੋਣੀ ਚਾਹੀਦੀ ਹੈ ਕਿ ਉਹ ਜਿਹੜਾ ਘਟਨਾਕ੍ਰਮ ਵਾਪਰਿਆ ਹੈ, ਜਿਹੜਾ ਵਿਸ਼ਾ ਵਸਤੂ ਚੁਣਿਆ ਗਿਆ ਹੈ ਉਹ ਇੱਕੋ ਸਥਾਨ ਦਾ ਹੀ ਹੋਵੇ ਤਾਂ ਕਿ ਉਸ ਨੂੰ ਰੰਗਮੰਚ ਦੇ ਉੱਤੇ ਪੇਸ਼ ਕਰਨਾ ਔਖਾ ਨਾ ਹੋਵੇ, ਉਸ ਨੂੰ ਰੰਗਮੰਚ ਦੇ ਉੱਤੇ ਪੇਸ਼ ਕਰਨ ਦੇ ਵਿੱਚ ਸੁਵਿਧਾ ਹੋਵੇ। ਇਹ ਗੱਲ ਸਥਾਨ ਦੀ ਏਕਤਾ ਦੇ ਵਿੱਚ ਆ ਜਾਂਦੀ ਹੈ। ਤੇ ਤੀਜੀ ਏਕਤਾ ਹੈ ਜਿਹੜੀ ਵਿਸ਼ੇ ਵਸਤੂ ਦੇ ਪੱਖ ਤੋਂ, ਉਹ ਹੁੰਦੀ ਹੈ ਕਾਰਜ ਦੀ ਏਕਤਾ। ਭਾਵ ਇੱਕੋ ਹੀ ਕਾਰਜ ਵਪਾਰ ਹੋਣਾ ਚਾਹੀਦਾ ਹੈ ਉਸ ਵਿਸ਼ਾ ਵਸਤੂ ਦੇ ਵਿੱਚ ਜੋ ਉਸ ਇਕਾਂਗੀ ਦੇ ਲਈ ਚੁਣਿਆ ਗਿਆ ਹੈ। ਇੱਕ ਤਾਂ ਉਹ ਜਿਹੜੀ ਘਟਨਾ ਚੁਣੀ ਗਈ ਹੈ ਜਿਹੜੀ ਵਿਸ਼ਾ ਵਸਤੂ ਦੇ ਤੌਰ ਤੇ ਇੱਕੋ ਸਮੇਂ ਦੀ ਹੋਣੀ ਚਾਹੀਦੀ ਹੈ, ਇੱਕੋ ਸਥਾਨ ਤੇ ਉਹ ਵਾਪਰੀ ਹੋਵੇ ਤੇ ਉਸ ਦੇ ਵਿੱਚ ਇੱਕ ਹੀ ਘਟਨਾ ਲਈ ਗਈ ਹੋਵੇ, ਵੱਖ-ਵੱਖ ਘਟਨਾਵਾਂ ਨਾ ਚੁਣੀਆਂ ਗਈਆਂ ਹੋਣ। ਇਹਨਾਂ ਨੂੰ ਅਸੀਂ ਸਮੇਂ ਸਥਾਨ ਤੇ ਕਾਰਜ ਦੀ ਏਕਤਾ ਕਹਿੰਦੇ ਹਾਂ। ਇਹ ਨਾਟਕ ਦੇ ਵਿੱਚ ਵੀ ਹੁੰਦਾ ਹੈ ਕਿ ਸਮੇਂ ਸਥਾਨ ਤੇ ਕਾਰਜ ਦੀ ਏਕਤਾ ਬਣੀ ਰਵੇ, ਪਰ ਨਾਟਕ ਦੀ ਤੁਲਨਾ ਦੇ ਵਿੱਚ ਜਿਹੜਾ ਇਕਾਂਗੀ ਹੈ ਉਸ ਦੇ ਵਿੱਚ ਸਮੇਂ ਸਥਾਨ ਤੇ ਕਾਰਜ ਦੀ ਏਕਤਾ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਨਾਟਕ ਤੇ ਤਾਂ ਇੱਕ ਤੋਂ ਜ਼ਿਆਦਾ ਅੰਗ ਹੁੰਦੇ ਹਨ ਪਰ ਇਕਾਂਗੀ ਦਾ ਇੱਕ ਹੀ ਅੰਗ ਹੋਣ ਦੇ ਕਾਰਨ ਉਸ ਨੂੰ ਇੱਕ ਹੀ ਅੰਕ ਦੇ ਵਿੱਚ ਪੇਸ਼ ਕਰਨਾ ਹੈ ਤਾਂ ਸਮੇਂ ਸਥਾਨ ਤੇ ਕਾਰਜ ਦੀ ਏਕਤਾ ਹੈ ਜਿਹੜੀ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ। ਇਹ ਸੀ ਗੱਲ ਵਿਸ਼ਾ ਵਸਤੂ ਦੀ। ਹੁਣ ਅਸੀਂ ਗੱਲ ਕਰਦੇ ਹਾਂ ਪਾਤਰ ਤੇ ਪਾਤਰ ਉਸਾਰੀ ਦੀ। ਜੋ ਪਾਤਰ ਚੁਣੇ ਜਾਂਦੇ ਹਨ ਇਕਾਂਗੀ ਨੂੰ ਪੇਸ਼ ਕਰਨ ਲਈ ਉਹਨਾਂ ਦੀ ਪਾਤਰ ਉਸਾਰੀ ਵੀ ਇਕਾਂਗੀ ਦੇ ਵਿੱਚ ਕੀਤੀ ਜਾਂਦੀ ਹੈ। ਸੰਜਮੀ ਆਕਾਰ ਦੀ ਰਚਨਾ ਹੋਣ ਕਰਕੇ ਇਕਾਂਗੀ ਵਿੱਚ ਵਧੇਰੇ ਪਾਤਰ ਨਹੀਂ ਲਏ ਜਾ ਸਕਦੇ। ਸੰਜਮੀ ਆਕਾਰ ਤੋਂ ਭਾਵ ਹੈ ਛੋਟੇ ਆਕਾਰ ਦੀ ਰਚਨਾ ਹੋਣ ਦੇ ਕਾਰਨ ਇਸ ਦੇ ਵਿੱਚ ਬਹੁਤੇ ਜਿਹੜੇ ਪਾਤਰ ਹੈ ਉਹ ਲਏ ਜਾਣੇ ਸੰਭਵ ਨਹੀਂ ਹੁੰਦੇ। ਮੁੱਖ ਪਾਤਰ ਤੋਂ ਬਿਨਾਂ ਇਕਾਂਗੀ ਵਿੱਚ 5-7 ਪਾਤਰ ਹੋ ਸਕਦੇ ਹਨ, ਜ਼ਿਆਦਾ ਪਾਤਰਾਂ ਨੂੰ ਇਸ ਦੇ ਵਿੱਚ ਨਹੀਂ ਦਰਸਾਇਆ ਜਾ ਸਕਦਾ। ਪਾਤਰ ਵਾਸਤਵਿਕ ਤੇ ਕਲਪਿਤ ਦੋਵਾਂ ਤਰ੍ਹਾਂ ਦੇ ਹੋ ਸਕਦੇ ਹਨ। ਉਹ ਵਾਸਤਵਿਕ ਜੀਵਨ ਦੇ ਵਿੱਚੋਂ ਵੀ ਲਏ ਗਏ ਹੋ ਸਕਦੇ ਹਨ ਤੇ ਕਲਪਨਾ ਦੇ ਆਧਾਰ ਤੇ ਵੀ ਲਏ ਗਏ ਹੋ ਸਕਦੇ ਹਨ। ਪਾਤਰ ਉਸਾਰੀ ਲਈ ਇਕਾਂਗੀਕਾਰ ਦਾ ਪਾਤਰ ਦੀਆਂ ਸੂਖਮ ਭਾਵਨਾਵਾਂ ਤੋਂ ਜਾਣੂ ਹੋਣਾ ਜ਼ਰੂਰੀ ਹੈ। ਭਾਵ ਜਿਹੜਾ ਪਾਤਰ ਪੇਸ਼ ਕੀਤਾ ਗਿਆ ਹੈ ਉਹ ਕਿਹੜੇ ਪ੍ਰਕਾਰ ਦਾ ਵਿਵਹਾਰ ਕਰਦਾ ਹੈ ਉਸ ਤੋਂ ਇਕਾਂਗੀਕਾਰ ਜਾਣੂ ਹੋਊਗਾ ਤਾਂ ਉਹ ਉਸ ਨੂੰ ਹੋਰ ਵਧੀਆ ਤਰੀਕੇ ਦੇ ਨਾਲ ਪੇਸ਼ ਕਰ ਪਾਊਗਾ ਕਿ ਕਿਹੜੇ ਮੌਕੇ ਤੇ ਕਿਹੜਾ ਪਾਤਰ ਕਿਹੋ ਜਿਹਾ ਵਿਵਹਾਰ ਕਰਦਾ ਹੈ। ਇਹ ਉਦੋਂ ਹੀ ਸੰਭਵ ਹੋਊਗਾ ਜਦੋਂ ਜਿਹੜਾ ਇਕਾਂਗੀ ਲਿਖਣ ਵਾਲਾ ਇਕਾਂਗੀਕਾਰ ਹੈ ਉਸ ਦੀਆਂ ਸੂਖਮ ਛੋਟੀਆਂ ਤੋਂ ਛੋਟੀਆਂ ਭਾਵਨਾਵਾਂ ਨੂੰ ਜਾਣਦਾ ਹੋਊਗਾ ਤੇ ਇਹ ਉਦੋਂ ਸੰਭਵ ਹੁੰਦਾ ਹੈ ਜਦੋਂ ਇਕਾਂਗੀਕਾਰ ਦਾ ਤਜਰਬਾ ਹੈ ਜਿਹੜਾ ਉਹ ਵਿਸ਼ਾਲ ਹੁੰਦਾ ਹੈ। ਜਿੰਨਾ ਜ਼ਿਆਦਾ ਅਨੁਭਵ ਹੁੰਦਾ ਹੈ ਇਕਾਂਗੀਕਾਰ ਦਾ, ਜਿੰਨਾ ਉਹ ਲੋਕਾਂ ਦੇ ਵਿੱਚ ਜ਼ਿਆਦਾ ਵਿਚਰਿਆ ਹੁੰਦਾ ਹੈ, ਜਿੰਨਾ ਲੋਕਾਂ ਨੂੰ ਜ਼ਿਆਦਾ ਜਾਣਦਾ ਹੈ, ਓਨਾ ਹੀ ਉਹ ਉਹਨਾਂ ਦੇ ਜਿਹੜੇ ਸੂਖਮ ਭਾਵ ਹੁੰਦੇ ਹਨ ਉਹਨਾਂ ਨੂੰ ਵੱਧ ਸਮਝ ਸਕਦਾ ਹੈ। ਉਤਨਾ ਹੀ ਉਹ ਪਾਤਰ ਉਸਾਰੀ ਦਾ ਸਫਲ ਚਿੱਤਰਣ ਕਰੇਗਾ। ਜੇ ਲੇਖਕ ਪਾਤਰ ਉਸਾਰੀ ਮਨੋਵਿਗਿਆਨਿਕ ਸੂਝ ਮੁਤਾਬਕ ਕਰੇਗਾ ਤਾਂ ਇਹ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਏਗੀ। ਜਿੰਨੀ ਉਸ ਨੂੰ ਮਨੋਵਿਗਿਆਨ ਦੀ ਸਮਝ ਹੋਏਗੀ, ਮਨੋਵਿਗਿਆਨ ਦੀ ਸਮਝ ਹੋਣ ਤੋਂ ਭਾਵ ਹੈ ਕਿ ਉਹ ਪਾਤਰਾਂ ਦੇ ਬਾਰੇ ਉਹਨਾਂ ਦੀ ਮਾਨਸਿਕ ਸਥਿਤੀ ਨੂੰ ਸਮਝਦਾ ਹੋਵੇ ਕਿ ਕਿਹੜੇ ਮੌਕੇ ਤੇ ਕਿਹੜਾ ਪਾਤਰ ਕਿਹੋ ਜਿਹਾ ਵਿਵਹਾਰ ਕਰਦਾ ਹੈ, ਕਿਹੜੇ ਕਿੱਤੇ ਨਾਲ ਜੁੜਿਆ ਹੋਇਆ ਪਾਤਰ ਕਿਹੋ ਜਿਹੀਆਂ ਗੱਲਾਂ ਕਰਦਾ ਹੈ, ਉਹਨਾਂ ਦੇ ਭਾਵ ਕੀ ਹੁੰਦੇ ਹਨ, ਉਹਨਾਂ ਦੇ ਸਾਂਝੇ ਮੁੱਦੇ ਕੀ ਹੁੰਦੇ ਹਨ, ਜਾਂ ਉਹਦਾ ਗੱਲਬਾਤ ਕਰਨ ਦਾ ਤਰੀਕਾ ਕੀ ਹੁੰਦਾ ਹੈ, ਉਹਦੀ ਭਾਸ਼ਾ ਸ਼ਬਦਾਵਲੀ ਕਿਹੋ ਜਿਹੀ ਹੁੰਦੀ ਹੈ। ਇਹ ਜਿੰਨਾ ਵੱਡਾ ਤਜਰਬਾ ਇਕਾਂਗੀਕਾਰ ਨੂੰ ਹੋਊਗਾ ਓਨੀ ਉਹ ਪਾਤਰ ਉਸਾਰੀ ਵਧੀਆ ਕਰ ਪਾਊਗਾ। ਇਹ ਸੀ ਗੱਲ ਪਾਤਰ ਉਸਾਰੀ ਦੀ ਤੇ ਪਾਤਰਾਂ ਦੀ। ਹੁਣ ਅਸੀਂ ਗੱਲ ਕਰਦੇ ਹਾਂ ਵਾਰਤਾਲਾਪ ਦੀ। ਵਾਰਤਾਲਾਪ ਇੱਥੇ ਵੀ ਨਾਟਕ ਦੇ ਵਾਂਗੂ ਕੇਂਦਰੀ ਮਹੱਤਤਾ ਰੱਖਦਾ ਹੈ। ਭਾਵ ਵਾਰਤਾਲਾਪ ਤੋਂ ਬਿਨਾਂ ਇਕਾਂਗੀ ਸੰਭਵ ਨਹੀਂ ਹੈ।
ਜਿਵੇਂ ਨਾਟਕ ਸੰਭਵ ਨਹੀਂ ਹੈ ਵਾਰਤਾਲਾਪ ਤੋਂ ਬਿਨਾ, ਉਵੇਂ ਹੀ ਇਕਾਂਗੀ ਵੀ ਸੰਭਵ ਨਹੀਂ ਹੈ, ਕਿਉਂਕਿ ਇਕਾਂਗੀ ਦੀ ਕਹਾਣੀ ਹੈ ਜਿਹੜੀ ਕਥਾ ਵਸਤੂ ਹੈ ਉਹ ਵਾਰਤਾਲਾਪ ਦੇ ਰਾਹੀਂ ਹੀ ਅੱਗੇ ਵਧਣੀ ਹੈ। ਜਦੋਂ ਪਾਤਰ ਆਪਸ ਵਿੱਚ ਸੰਵਾਦ ਕਰਦੇ ਹਨ, ਆਪਸ ਵਿੱਚ ਡਾਇਲੋਗ ਕਰਦੇ ਹਨ, ਆਪਸ ਵਿੱਚ ਗੱਲਬਾਤ ਕਰਦੇ ਹਨ, ਤਾਂ ਉਦੋਂ ਹੀ ਜਿਹੜੀ ਇਕਾਂਗੀ ਦੀ ਕਹਾਣੀ ਹੈ ਅੱਗੇ ਵੱਧਦੀ ਹੈ। ਇਕਾਂਗੀ ਵਿੱਚ ਵਾਰਤਾਲਾਪ ਕਈ ਪੱਖਾਂ ਤੋਂ ਕਾਰਜਸ਼ੀਲ ਹੁੰਦੇ ਹਨ। ਇਹ ਜਿੱਥੇ ਇੱਕ ਪਾਸੇ ਘਟਨਾ ਨੂੰ ਅੱਗੇ ਵਧਾਉਣ 'ਚ ਸਹਾਈ ਹੁੰਦੇ ਹਨ, ਜਿਹੜੀ ਗੱਲ ਅਸੀਂ ਹੁਣੇ ਕੀਤੀ ਕਿ ਵਾਰਤਾਲਾਪ ਦੇ ਰਾਹੀਂ ਹੀ ਕਹਾਣੀ ਅੱਗੇ ਵੱਧਦੀ ਹੈ, ਉੱਥੇ ਦੂਜੇ ਪਾਸੇ ਮੰਚ ਉੱਪਰ ਪਾਤਰਾਂ ਦੇ ਹਾਵ ਭਾਵਾਂ ਦੀ ਹੂਬਹੂ ਤਰਜਮਾਨੀ। ਹੂਬਹੂ ਦਾ ਮਤਲਬ ਹੈ ਜਿਹੜਾ ਅੰਗਰੇਜ਼ੀ ਦੇ ਵਿੱਚ ਅਸੀਂ ਸ਼ਬਦ ਵਰਤਦੇ ਹਾਂ ਸੇਮ ਟੂ ਸੇਮ, ਯਾਨੀ ਕਿ ਉਹਨਾਂ ਦੇ ਜਿਹੜੇ ਭਾਵ ਹਨ ਪਾਤਰਾਂ ਦੇ, ਉਹਨਾਂ ਨੂੰ ਬਿਲਕੁਲ ਉਸੇ ਰੂਪ ਦੇ ਵਿੱਚ ਪੇਸ਼ ਕਰਨਾ ਉਦੋਂ ਹੀ ਸੰਭਵ ਹੋਊਗਾ ਜਦੋਂ ਉਸ ਪ੍ਰਕਾਰ ਦਾ ਉਹ ਵਾਰਤਾਲਾਪ ਕਰਨਗੇ, ਉਸ ਪ੍ਰਕਾਰ ਦੀ ਗੱਲਬਾਤ ਕਰਨਗੇ। ਵਾਤਾਵਰਣ ਦੀ ਸਿਰਜਣਾ ਵਾਰਤਾਲਾਪ ਰਾਹੀਂ ਹੀ ਹੁੰਦੀ ਹੈ। ਜਿਹੋ ਜਿਹਾ ਵਾਤਾਵਰਣ ਭਾਵ ਦੇਸ਼ ਕਾਲ। ਦੇਸ਼ ਕਾਲ ਤੋਂ ਮਤਲਬ ਹੈ ਕਿ ਜਿਹੜੇ ਸਮੇਂ ਦੀ ਉਹ ਘਟਨਾ ਹੈ ਉਸ ਨੂੰ ਉਸੇ ਰੂਪ ਦੇ ਵਿੱਚ ਪੇਸ਼ ਕਰਨਾ ਹੈ ਤਾਂ ਵਾਰਤਾਲਾਪ ਉਸੇ ਅਨੁਰੂਪ ਹੋਵੇ। ਇਹ ਹੁਣ ਕਿਵੇਂ ਸੰਭਵ ਹੋਊਗਾ? ਮੰਨ ਕੇ ਚੱਲੋ ਕਿ ਕੋਈ ਘਟਨਾ ਹੈ 1857 ਦੀ ਕ੍ਰਾਂਤੀ ਦੇ ਨਾਲ ਸੰਬੰਧਿਤ, ਤੇ ਹੁਣ ਉਸ ਦੇਸ਼ ਕਾਲ ਨੂੰ ਦੱਸਣ ਲਈ ਜਿਹੜਾ ਵਾਰਤਾਲਾਪ ਹੋਊਗਾ ਉਹ ਜਿਹੜੀ ਭਾਸ਼ਾ ਹੋਊਗੀ, ਉਹ ਪਾਤਰਾਂ ਦੀ ਜਿਹੜੀ ਸ਼ਬਦਾਵਲੀ ਹੋਊਗੀ ਉਹ ਉਸੇ ਪ੍ਰਕਾਰ ਦੀ ਹੋਊਗੀ। ਅਗਰ ਉਹਨਾਂ ਦੀ ਸ਼ਬਦਾਵਲੀ ਦੇ ਵਿੱਚ ਆਧੁਨਿਕ ਸ਼ਬਦਾਵਲੀ ਆ ਜਾਂਦੀ ਹੈ ਤਾਂ ਇਹ ਦੇਸ਼ ਕਾਲ ਤੋਂ ਉਲਟ ਹੋ ਜੂਗਾ ਉਹਨਾਂ ਦੇ ਵਾਰਤਾਲਾਪ ਦੇ ਕਾਰਨ। ਜੇ ਉਹ ਵਾਰਤਾਲਾਪ ਇਹੋ ਜਿਹਾ ਕਰਨਗੇ ਜਿਹੜਾ ਉਸ ਸਮੇਂ ਦੀ ਸ਼ਬਦਾਵਲੀ ਦੇ ਅਨੁਸਾਰ ਨਹੀਂ ਹੈ ਤਾਂ ਫਿਰ ਉਹ ਦੇਸ਼ ਕਾਲ ਤੋਂ ਉਲਟ ਹੋ ਜੂਗਾ। ਤਾਂ ਵਾਰਤਾਲਾਪ ਹੈ ਜਿਹੜਾ ਉਹ ਕਈ ਤਰੀਕਿਆਂ ਤੋਂ ਕੰਮ ਕਰਦਾ ਹੈ ਇਕਾਂਗੀ ਦੇ ਵਿੱਚ। ਇੱਕ ਤਾਂ ਇਸ ਦੇ ਨਾਲ ਕਹਾਣੀ ਹੈ ਜਿਹੜੀ ਉਹ ਇਕਾਂਗੀ ਦੀ ਅੱਗੇ ਵੱਧਦੀ ਹੈ, ਪਹਿਲੀ ਗੱਲ। ਦੂਜੀ ਗੱਲ ਹੈ ਕਿ ਜਿਹੜੇ ਪਾਤਰਾਂ ਦੀ ਜਿਹੜੀ ਮਾਨਸਿਕ ਸਥਿਤੀ ਹੁੰਦੀ ਹੈ ਉਹਨਾਂ ਦੀ ਹੂਬਹੂ ਤਰਜਮਾਨੀ ਹੈ ਜਿਹੜੀ ਉਹ ਰੰਗਮੰਚ ਦੇ ਉੱਤੇ ਹੁੰਦੀ ਹੈ। ਤੀਜਾ, ਇਹ ਦੇਸ਼ ਕਾਲ ਨੂੰ ਸਿਰਜਣ ਦੇ ਵਿੱਚ, ਵਾਤਾਵਰਣ ਨੂੰ ਸਿਰਜਣ ਦੇ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਅਹਿਮ ਭੂਮਿਕਾ ਕਿਵੇਂ ਨਿਭਾਉਂਦੇ ਹਨ ਉਸ ਦੀ ਅਸੀਂ ਗੱਲ ਕਰ ਚੁੱਕੇ ਹਾਂ। ਮੈਂ ਫੇਰ ਤੋਂ ਦੁਹਰਾ ਦੇਵਾਂ ਕਿ ਜੇ ਪਾਤਰਾਂ ਦਾ ਵਾਰਤਾਲਾਪ ਇਹੋ ਜਿਹਾ ਹੋਵੇ, ਸ਼ਬਦਾਵਲੀ ਅਨੁਕੂਲ ਨਾ ਹੋਵੇ ਉਹਨਾਂ ਦੀ, ਤਾਂ ਫਿਰ ਉਹ ਦੇਸ਼ ਕਾਲ ਤੋਂ ਉਲਟ ਚਲਿਆ ਜਾਊਗਾ। ਭਾਵ ਵਾਤਾਵਰਣ ਨੂੰ ਸਿਰਜਣ ਦੇ ਵਿੱਚ ਜਿਹੜੇ ਵਾਰਤਾਲਾਪ ਹੁੰਦੇ ਹਨ ਉਹ ਸਹਾਈ ਹੁੰਦੇ ਹਨ। ਇਕਾਂਗੀ ਦੇ ਵਾਰਤਾਲਾਪ ਛੋਟੇ ਤੇ ਸੰਜਮ ਭਰਪੂਰ ਹੋਣੇ ਚਾਹੀਦੇ ਹਨ, ਉਹਨਾਂ 'ਚ ਬਹੁਤਾ ਜ਼ਿਆਦਾ ਵਿਸਥਾਰ ਨਹੀਂ ਹੋਣਾ ਚਾਹੀਦਾ। ਸੰਜਮੀ ਪ੍ਰਕਾਰ ਦੇ ਜਿਹੜੇ ਹੈ ਵਾਰਤਾਲਾਪ ਹੋਣੇ ਚਾਹੀਦੇ ਹਨ। ਹੁਣ ਅਸੀਂ ਗੱਲ ਕਰਦੇ ਹਾਂ ਦੇਸ਼ ਕਾਲ ਜਾਂ ਵਾਤਾਵਰਣ ਦੀ, ਜਿਹੜਾ ਕਿ ਚੌਥਾ ਤੱਤ ਹੈ। ਦੇਸ਼ ਕਾਲ ਜਾਂ ਵਾਤਾਵਰਣ ਤੋਂ ਭਾਵ ਹੈ ਕਿ ਜਿਸ ਸਮੇਂ ਤੋਂ ਘਟਨਾ ਲਈ ਜਾਂਦੀ ਆ ਉਹ ਉਸ ਦੇ ਅਨੁਰੂਪ ਉਸ ਨੂੰ ਪੇਸ਼ ਕੀਤਾ ਜਾਵੇ। ਜਿਸ ਸਮੇਂ ਦੇ ਵਿੱਚੋਂ ਉਹ ਘਟਨਾ ਲਈ ਗਈ ਹੈ ਉਸੇ ਦੇ ਅਨੁਕੂਲ। ਸਮੇਂ ਦੇ ਵਿੱਚੋਂ ਘਟਨਾ ਲੈਣ ਦਾ ਭਾਵ ਹੈ ਕਿ ਜੇ ਕੋਈ ਆਧੁਨਿਕ ਕਾਲ ਦੀ ਘਟਨਾ ਹੈ ਤਾਂ ਉਸ ਦੀ ਜਿਹੜੇ ਪਾਤਰ ਹੋਣਗੇ ਉਹਨਾਂ ਦੀ ਜਿਹੜੀ ਬੋਲਬਾਣੀ, ਸ਼ਬਦਾਵਲੀ, ਵਾਰਤਾਲਾਪ ਹੋਣਗੇ ਉਹ ਆਧੁਨਿਕ ਭਾਸ਼ਾ ਦੇ ਵਿੱਚ ਹੋਣ। ਜੇ ਉਹ ਮੱਧ ਕਾਲ ਦੇ ਹਨ ਤਾਂ ਉਹਨਾਂ ਦੀ ਜਿਹੜੀ ਭਾਸ਼ਾ ਹੈ, ਉਹਨਾਂ ਦੀ ਸ਼ਬਦਾਵਲੀ ਹੈ ਉਹ ਮੱਧ ਕਾਲ ਦੀ ਹੋਵੇ, ਤੇ ਜੇ ਆਦਿ ਕਾਲ ਦੀ ਹੈ ਤਾਂ ਉਹ ਓਨੀ ਹੀ ਭਾਸ਼ਾ ਪੁਰਾਣੀ ਹੋ ਜਾਣੀ ਚਾਹੀਦੀ ਹੈ। ਉਸ ਦੇ ਵਿੱਚ ਇੱਕ ਗੱਲ ਧਿਆਨ ਰੱਖਣ ਵਾਲੀ ਇਹ ਹੈ ਕਿ ਦੇਸ਼ ਕਾਲ ਜਾਂ ਵਾਤਾਵਰਣ ਤੋਂ ਅਗਰ ਉਲਟ ਇਸ ਨੂੰ ਪੇਸ਼ ਕੀਤਾ ਜਾਵੇ ਤਾਂ ਜਿਹੜੀ ਸਥਿਤੀ ਹੈ ਉਹ ਹਾਸੋਹੀਣੀ ਹੋ ਜਾਂਦੀ ਹੈ। ਹਾਸੋਹੀਣੀ ਕਿਵੇਂ ਹੋ ਜਾਂਦੀ ਹੈ? ਜਿਵੇਂ ਕੋਈ ਸਾਧੂ ਪਾਤਰ ਹੋਵੇ ਤੇ ਉਹ ਸਾਧੂ ਪਾਤਰ ਹੈ ਕਿਉਂਕਿ ਸਾਧੂ ਦਾ ਸੁਭਾਅ ਤਾਂ ਵਿਨਮਰ ਹੁੰਦਾ ਹੈ, ਉਹਦੀ ਬੋਲਬਾਣੀ ਹੈ ਜਿਹੜੀ ਉਹ ਮਿੱਠੀ ਹੁੰਦੀ ਹੈ। ਪਰ ਸਾਧੂ ਪਾਤਰ ਹੋਵੇ ਤੇ ਉਹ ਜਿਹੜੀ ਬੋਲੀ ਹੈ ਉਸਦੀ ਕੜਕ ਵਾਲੀ ਹੋਵੇ, ਵਿਨਮਰਤਾ ਹੋਵੇ ਹੀ ਨਾ, ਤਾਂ ਇਹ ਦੇਸ਼ ਕਾਲ ਤੋਂ ਉਲਟ ਹੋ ਜਾਊਗਾ। ਉਸ ਦਾ ਪਹਿਰਾਵਾ ਵੀ ਉਸ ਦੇ ਅਨੁਕੂਲ ਹੋਵੇ, ਉਸ ਦੀ ਸ਼ਬਦਾਵਲੀ, ਉਸ ਦੀ ਬੋਲੀ ਉਸ ਦੇ ਅਨੁਕੂਲ ਹੋਣ, ਤਾਂ ਫਿਰ ਹੀ ਉਹ ਇਕਾਂਗੀ ਹੈ ਜਿਹੜਾ ਸਫਲ ਹੋ ਸਕਦਾ ਹੈ। ਇਸ ਤੋਂ ਇਲਾਵਾ ਜਿਸ ਪ੍ਰਕਾਰ ਦੀ ਘਟਨਾ ਹੋਵੇ ਉਸ ਦਾ ਵਿਸ਼ਾ, ਸਮਾਂ ਜਾਂ ਸਥਾਨ ਉਸੇ ਦੇ ਵਿੱਚ ਸਿਰਜਿਆ ਗਿਆ ਹੋਣਾ ਚਾਹੀਦਾ ਹੈ, ਤੇ ਇਸ ਪ੍ਰਕਾਰ ਦੀ ਸਿਰਜਣਾ ਕਰਕੇ ਹੀ ਜਿਹੜਾ ਇਕਾਂਗੀਕਾਰ ਹੈ ਉਹ ਪਾਠਕ ਦੇ ਸਾਹਮਣੇ ਇੱਕ ਉੱਤਮ ਰਚਨਾ ਪੇਸ਼ ਕਰ ਸਕਦਾ ਹੈ। ਤੇ ਜੇ ਇਸ ਤੋਂ ਉਲਟ ਹੋਊਗਾ ਤਾਂ ਫਿਰ ਸਥਿਤੀ ਹੈ ਜਿਹੜੀ ਹਾਲਤ ਹੈ ਉਹ ਹਾਸੋਹੀਣੀ ਹੋ ਜਾਵੇਗੀ। ਇਕਾਂਗੀ ਦੇ ਵਿਸ਼ੇ ਅਨੁਸਾਰ ਦੇਸ਼ ਕਾਲ ਜਾਂ ਵਾਤਾਵਰਣ ਦੀ ਉਸਾਰੀ ਕੀਤੀ ਜਾਣੀ ਬਹੁਤ ਜ਼ਰੂਰੀ ਹੈ। ਹੁਣ ਅਸੀਂ ਗੱਲ ਕਰਦੇ ਹਾਂ ਸ਼ੈਲੀ ਦੀ। ਸ਼ੈਲੀ ਤੋਂ ਮਤਲਬ ਹੈ
ਸਟਾਈਲ ਤਰੀਕਾ। ਵਿਸ਼ੇ ਦੀ ਚੋਣ ਤੋਂ ਲੈ ਕੇ ਤੇ ਉਸਦੇ ਨਿਭਾਅ ਤੱਕ ਦੀ ਜਿਹੜੀ ਪ੍ਰਕਿਰਿਆ ਹੈ ਉਹ ਸ਼ੈਲੀ ਅਖਵਾਉਂਦੀ ਹੈ ਕਿ ਇੱਕ ਵਿਸ਼ੇ ਦੀ ਚੋਣ ਕਰ ਲਈ ਗਈ, ਜਿਹੜੇ ਵਿਸ਼ੇ ਨੂੰ ਉਸ ਇਕਾਂਗੀ ਦੇ ਬਾਰੇ ਚੋਣ ਕਰ ਲਿਆ ਗਿਆ ਤੇ ਉਸ ਨੂੰ ਨਿਭਾਉਣਾ ਕਿਵੇਂ ਹੈ, ਉਸ ਨੂੰ ਪੇਸ਼ ਕਿਵੇਂ ਕਰਨਾ ਹੈ, ਇਹ ਜਿਹੜਾ ਤਰੀਕਾ ਹੈ ਅਖੀਰ ਤੱਕ ਦਾ, ਇਹੀ ਸ਼ੈਲੀ ਹੈ। ਤੇ ਹਰੇਕ ਇਕਾਂਗੀਕਾਰ ਦੀ ਜਿਹੜੀ ਸ਼ੈਲੀ ਹੈ ਉਹ ਵੱਖੋ ਵੱਖਰੀ ਹੁੰਦੀ ਹੈ ਤੇ ਇਕਾਂਗੀਕਾਰ ਦੇ ਲਈ ਵਧੀਆ ਸ਼ੈਲੀਕਾਰ ਹੋਣਾ ਜ਼ਰੂਰੀ ਹੈ। ਵਧੀਆ ਸ਼ੈਲੀਕਾਰ ਹੋਣਾ ਕਿਉਂ ਜ਼ਰੂਰੀ ਹੈ? ਵੈਸੇ ਤਾਂ ਸਾਰੇ ਸਾਹਿਤ ਰੂਪਾਂ ਲਈ ਸ਼ੈਲੀ ਹੈ ਜਿਹੜੀ ਉਹ ਮਹਾਨਤਾ ਰੱਖਦੀ ਹੈ, ਪਰ ਇਕਾਂਗੀਕਾਰ ਦੇ ਲਈ ਇਸ ਦੀ ਮਹਾਨਤਾ ਹੈ ਜਿਹੜੀ ਉਹ ਹੋਰ ਜ਼ਿਆਦਾ ਹੋ ਜਾਂਦੀ ਹੈ। ਇਕਾਂਗੀਕਾਰ ਦੇ ਲਈ ਸ਼ੈਲੀ ਦਾ ਵਧੀਆ ਤੇ ਸੁਚੱਜਾ ਹੋਣਾ ਜ਼ਰੂਰੀ ਕਿਉਂ ਹੈ? ਕਿਉਂਕਿ ਇਕਾਂਗੀ ਛੋਟੇ ਆਕਾਰ ਦੀ ਰਚਨਾ ਹੈ ਤੇ ਉਸ ਨੂੰ ਜਿੰਨੇ ਸੰਜਮ ਦੇ ਵਿੱਚ, ਜਿੰਨੇ ਵਧੀਆ ਤਰੀਕੇ ਦੇ ਵਿੱਚ ਪੇਸ਼ ਕੀਤਾ ਜਾਊਗਾ, ਓਨਾ ਹੀ ਉਸ ਦਾ ਪ੍ਰਭਾਵ ਹੈ ਜਿਹੜਾ ਵਧੀਆ ਹੋਊਗਾ। ਤੇ ਇੱਕ ਜਿਹੜਾ ਸੁਚੱਜਾ ਸ਼ੈਲੀਕਾਰ ਹੀ ਵਿਸ਼ੇ ਦਾ ਨਿਭਾਅ ਤੇ ਉਸ ਦੀ ਪੇਸ਼ਕਾਰੀ ਅਰਥ ਭਰਪੂਰ ਤਰੀਕੇ ਦੇ ਨਾਲ ਕਰ ਸਕਦਾ ਹੈ। ਇਕਾਂਗੀ ਦੀ ਸ਼ੈਲੀ ਬੋਝਲ ਹੋਣ ਦੀ ਬਜਾਏ ਰਵਾਨੀ ਭਰਪੂਰ ਹੋਣੀ ਚਾਹੀਦੀ ਹੈ। ਰਵਾਨੀ ਭਰਪੂਰ ਦਾ ਮਤਲਬ ਹੈ ਇਕਾਂਗੀ ਦੇ ਵਿੱਚ ਜੋ ਕਾਰਜ ਪੇਸ਼ ਕੀਤਾ ਜਾ ਰਿਹਾ ਹੈ ਉਸ ਦੀਆਂ ਘਟਨਾਵਾਂ ਇੱਕ ਤੋਂ ਬਾਅਦ ਦੂਜੀ ਦੇ ਨਾਲ ਜੁੜਦੀਆਂ ਜਾਣ, ਉਹਨਾਂ ਦੇ ਵਿੱਚ ਕੋਈ ਰੋਕ ਨਹੀਂ ਆਉਣੀ ਚਾਹੀਦੀ ਤੇ ਇਹ ਪਾਠਕ ਜਾਂ ਦਰਸ਼ਕ ਦੇ ਮਾਨਸਿਕ ਪੱਧਰ ਦੇ ਅਨੁਸਾਰ ਹੋਣੀ ਚਾਹੀਦੀ ਹੈ। ਭਾਵ ਜਿਸ ਦੇ ਲਈ ਉਹ ਇਕਾਂਗੀ ਲਿਖਿਆ ਗਿਆ ਹੈ, ਜਿਸ ਦੇ ਸਾਹਮਣੇ ਉਹ ਇਕਾਂਗੀ ਪ੍ਰਦਰਸ਼ਿਤ ਕੀਤਾ ਜਾਣਾ ਹੈ, ਉਹ ਪਾਠਕ ਜਾਂ ਉਹ ਦਰਸ਼ਕ ਵਰਗ ਦੇਖਣਾ ਹੈ ਕਿ ਉਹਨਾਂ ਦਾ ਮਾਨਸਿਕ ਪੱਧਰ ਕਿਹੋ ਜਿਹਾ ਹੈ। ਉਹਦੇ ਵਿੱਚ ਬੋਲੀ ਗਈ ਸ਼ਬਦਾਵਲੀ ਨੂੰ ਉਹ ਪਾਠਕ ਵਰਗ, ਉਹ ਦਰਸ਼ਕ ਵਰਗ ਸਮਝ ਵੀ ਪਾਊਗਾ ਜਾਂ ਨਹੀਂ, ਜਾਂ ਜਿਹੜੀ ਘਟਨਾ ਪੇਸ਼ ਕੀਤੀ ਜਾ ਰਹੀ ਹੈ ਕਿ ਉਹ ਉਹਨਾਂ ਦੇ ਪੱਧਰ ਦੀ ਹੈ। ਜਿਵੇਂ ਆਪਾਂ ਇੱਕ ਇਕਾਂਗੀ ਤਾਂ ਹੈ ਜਿਹੜਾ ਉਹ ਬੱਚਿਆਂ ਲਈ ਲਿਖਿਆ ਗਿਆ ਹੋਵੇ, ਇੱਕ ਉਹ ਵੱਡੀ ਉਮਰ ਦੇ ਲੋਕਾਂ ਲਈ, ਇੱਕ ਵਿਦਵਾਨ ਲੋਕਾਂ ਦੇ ਲਈ ਲਿਖਿਆ ਗਿਆ ਹੋਵੇ, ਤਾਂ ਉਹ ਉਹਨਾਂ ਦੇ ਮਾਨਸਿਕ ਪੱਧਰ ਦੇ ਅਨੁਸਾਰ ਹੋਣੀ ਚਾਹੀਦੀ ਹੈ ਉਸ ਦੀ ਚੋਣ ਹੈ ਜਿਹੜੀ, ਕਿ ਉਹ ਉਸ ਨੂੰ ਵੇਖਣ ਵਾਲਾ ਵਰਗ ਕਿਹੜਾ ਹੈ। ਉਹ ਛੋਟੇ ਬੱਚੇ ਹਨ ਜਾਂ ਸਕੂਲ ਦੇ ਵਿਦਿਆਰਥੀ ਹਨ ਜਾਂ ਕੋਈ ਉਸ ਨੂੰ ਦੇਖਣ ਵਾਲੇ ਲੋਕ ਹੈ ਜਿਹੜੇ ਉਹ ਆਮ ਜਾਣਕਾਰੀ ਰੱਖਣ ਵਾਲੇ ਲੋਕ ਹਨ ਜਾਂ ਵਿਦਵਾਨ ਹਨ। ਇਹ ਜਦੋਂ ਇਸ ਪੱਧਰ ਦੀ ਚੋਣ ਕਰ ਲਈ ਜਾਊਗੀ ਤਾਂ ਉਸ ਦਾ ਪ੍ਰਭਾਵ ਹੈ ਜਿਹੜਾ ਉਹ ਵੱਧ ਜਾਊਗਾ। ਹੁਣ ਅਸੀਂ ਗੱਲ ਕਰਦੇ ਹਾਂ ਉਦੇਸ਼ ਦੀ। ਜਿਹੜਾ ਇਕਾਂਗੀ ਲਿਖਿਆ ਜਾਂਦਾ ਹੈ ਜਾਂ ਜੀਵਨ ਦੀ ਕੋਈ ਵੀ ਘਟਨਾ ਹੈ, ਵੈਸੇ ਤਾਂ ਸਭ ਘਟਨਾਵਾਂ ਹੀ ਉਦੇਸ਼ਪੂਰਨ ਹੁੰਦੀਆਂ ਹਨ, ਪਰ ਇਕਾਂਗੀਕਾਰ ਜਦੋਂ ਇਕਾਂਗੀ ਲਿਖਦਾ ਹੈ ਤਾਂ ਉਸਦੇ ਸਾਹਮਣੇ ਕੁਛ ਨਾ ਕੁਛ ਉਦੇਸ਼ ਹੁੰਦਾ ਹੈ ਕਿ ਉਸਨੇ ਆਪਣੇ ਦਰਸ਼ਕ ਵਰਗ ਨੂੰ, ਆਪਣੇ ਪਾਠਕ ਵਰਗ ਨੂੰ ਕੀ ਸੰਦੇਸ਼ ਦੇਣਾ ਹੈ, ਉਹ ਚਾਹੁੰਦਾ ਕੀ ਹੈ, ਉਸ ਇਕਾਂਗੀ ਨੂੰ ਲਿਖ ਕੇ ਉਹ ਕਿਹੜੀ ਪ੍ਰਾਪਤੀ ਕਰਨਾ ਚਾਹੁੰਦਾ ਹੈ, ਉਸ ਦਾ ਉਦੇਸ਼ ਜਾਂ ਉਸ ਦਾ ਮੰਤਵ ਕੀ ਹੈ, ਉਸ ਦਾ ਟੀਚਾ ਕੀ ਹੈ, ਉਸ ਨੂੰ ਲਿਖਣ ਦੇ ਨਾਲ ਕੀ ਸੁਧਾਰ ਆ ਸਕਦਾ ਹੈ ਸਮਾਜ ਦੇ ਵਿੱਚ, ਕਿਹੜੀ ਬੁਰਾਈ ਦੂਰ ਹੋ ਸਕਦੀ ਹੈ, ਕਿਹੜੀ ਚੰਗਿਆਈ ਦੀ ਸਥਾਪਨਾ ਕੀਤੀ ਜਾ ਸਕਦੀ ਹੈ, ਉਸ ਦਾ ਮੈਸੇਜ ਹੈ ਜਿਹੜਾ ਇਕਾਂਗੀ ਦਾ ਉਹ ਇੰਨਾ ਪ੍ਰਭਾਵੀ ਹੋਵੇ। ਇਕਾਂਗੀ ਦਾ ਉਦੇਸ਼ ਪ੍ਰਤੱਖ ਜਾਂ ਅਪ੍ਰਤੱਖ ਰੂਪ ਵਿੱਚ ਸਾਡੇ ਸਾਹਮਣੇ ਆਉਂਦਾ ਹੈ, ਜਾਂ ਤਾਂ ਉਹ ਸਿੱਧੇ ਤੌਰ ਤੇ, ਪ੍ਰਤੱਖ ਮਤਲਬ ਜਿਸ ਨੂੰ ਅਸੀਂ ਦੇਖ ਸਕਦੇ ਹਾਂ, ਜਾਂ ਤਾਂ ਉਸ ਦਾ ਉਦੇਸ਼ ਹੈ ਜਿਹੜਾ ਉਹ ਪ੍ਰਤੱਖ ਰੂਪ ਤੋਂ ਹੀ ਸਾਡੇ ਸਾਹਮਣੇ ਆ ਜਾਂਦਾ ਹੈ, ਜਾਂ ਫਿਰ ਉਹ ਅਪ੍ਰਤੱਖ ਰੂਪ ਦੇ ਵਿੱਚ ਸਾਹਮਣੇ ਆਉਂਦਾ ਹੈ। ਅਪ੍ਰਤੱਖ ਰੂਪ ਤੋਂ ਮਤਲਬ ਹੈ ਕਿ ਉਸ ਦੇ ਵਿੱਚ ਸਿੱਧਾ ਸਿੱਧਾ ਕੋਈ ਉਪਦੇਸ਼ ਨਹੀਂ ਦਿੱਤਾ ਜਾਂਦਾ, ਗੱਲ ਨੂੰ ਕਿਸੇ ਬਹਾਨੇ ਦੇ ਨਾਲ ਰੱਖਿਆ ਜਾਂਦਾ ਹੈ। ਉਸ ਦਾ ਸੰਦੇਸ਼ ਹੈ ਜਿਹੜਾ ਸਿੱਧਾ ਨਾ ਹੋ ਕੇ, ਉਪਦੇਸ਼ ਨਾ ਬਣ ਕੇ, ਕਿਸੇ ਮਾਧਿਅਮ ਦੇ ਨਾਲ ਪੇਸ਼ ਹੁੰਦਾ ਹੈ। ਕਿਸੇ ਉਦੇਸ਼ ਨੂੰ ਮੁੱਖ ਰੱਖ ਕੇ ਹੀ ਇਕਾਂਗੀ ਹੈ ਜਿਹੜੀ ਉਹ ਲਿਖੀ ਜਾਂਦੀ ਹੈ ਤੇ ਛੋਟੇ ਆਕਾਰ ਦੀ ਰਚਨਾ ਹੋਣ ਦੇ ਬਾਵਜੂਦ ਵੀ ਇਕਾਂਗੀ ਦਾ ਉਦੇਸ਼ ਜਿੱਥੇ ਨੈਤਿਕ, ਸਮਾਜਿਕ, ਰਾਜਨੀਤਿਕ ਤੇ ਮਾਨਵੀ ਕਦਰਾਂ ਕੀਮਤਾਂ ਦੀ ਪ੍ਰਤੀਨਿਧਤਾ ਕਰਦਾ ਹੈ। ਭਾਵ ਉਹ ਕੋਈ ਸਮਾਜਿਕ ਬੁਰਾਈ ਦੇ ਉੱਤੇ ਕਟਾਕਸ਼ ਹੋ ਸਕਦਾ ਹੈ, ਵਿਅੰਗ ਹੋ ਸਕਦਾ ਹੈ, ਰਾਜਨੀਤਿਕ ਹਾਲਤ 'ਤੇ ਹੋ ਸਕਦਾ ਹੈ, ਮਾਨਵੀ ਕਦਰਾਂ ਕੀਮਤਾਂ ਦੀ ਸਥਾਪਨਾ ਕਰਨਾ ਇਕਾਂਗੀਕਾਰ ਦਾ ਉਦੇਸ਼ ਹੋ ਸਕਦਾ ਹੈ। ਉੱਥੇ ਪਾਠਕ ਜਾਂ ਦਰਸ਼ਕ ਨੂੰ ਸੂਝ ਸਵਾਦ ਵੀ ਜਿਹੜਾ ਹੈ ਪ੍ਰਦਾਨ ਕਰਦਾ ਹੈ। ਇਹ ਹੈ ਇਕਾਂਗੀ ਦਾ ਉਦੇਸ਼। ਤਾਂ ਹੁਣ ਅਸੀਂ ਗੱਲ ਕਰਦੇ ਹਾਂ ਸੱਤਵੇਂ ਤੱਤ ਦੀ। ਸੱਤਵਾਂ ਤੱਤ ਹੈ ਰੰਗਮੰਚੀ ਅਨੁਕੂਲਤਾ। ਰੰਗਮੰਚੀ ਅਨੁਕੂਲਤਾ ਤੋਂ ਭਾਵ ਹੈ ਕਿ ਉਹ ਇਕਾਂਗੀ ਹੈ ਜਿਹੜੀ ਉਹ ਰੰਗਮੰਚ ਦੇ ਅਨੁਕੂਲ ਹੋਵੇ। ਦੋ ਤਰ੍ਹਾਂ ਦੇ ਇਕਾਂਗੀ ਹੈ ਲਿਖੇ ਜਾਂਦੇ, ਇੱਕ ਤਾਂ ਜਿਹਨੂੰ ਸਿਰਫ ਪੜ੍ਹਿਆ ਹੀ ਜਾ ਸਕਦਾ ਹੈ, ਜਿਸ ਨੂੰ ਸਿਰਫ ਅਸੀਂ ਪੜ੍ਹ ਹੀ ਸਕਦੇ ਹਾਂ, ਉਸ ਨੂੰ ਰੰਗਮੰਚ ਦੇ ਉੱਤੇ ਪੇਸ਼ ਕਰਨਾ ਸੰਭਵ ਨਹੀਂ ਹੁੰਦਾ।
ਇੱਕ ਉਹ ਹੁੰਦੇ ਹਨ ਇਕਾਂਗੀ ਜਿਨ੍ਹਾਂ ਨੂੰ ਰੰਗਮੰਚ ਦੇ ਉੱਤੇ ਵੀ ਪੇਸ਼ ਕੀਤਾ ਜਾ ਸਕਦਾ ਹੈ ਤੇ ਉਸ ਦਾ ਜਿਹੜਾ ਸੋਝ ਸਵਾਦ ਹੈ ਉਹ ਪੜ੍ਹ ਕੇ ਵੀ ਮਾਣਿਆ ਜਾ ਸਕਦਾ ਹੈ। ਪਰ ਸਫਲ ਇਕਾਂਗੀ, ਸਫਲ ਨਾਟਕ ਉਹ ਹੁੰਦੇ ਹਨ ਜੋ ਰੰਗਮੰਚ ਦੇ ਅਨੁਕੂਲ ਹੋਣ, ਭਾਵ ਜਿਨ੍ਹਾਂ ਨੂੰ ਰੰਗਮੰਚ ਦੇ ਉੱਤੇ, ਸਟੇਜ ਦੇ ਉੱਤੇ ਖੇਡਣਾ ਸੌਖਾ ਹੋਵੇ, ਕੋਈ ਇਹੋ ਜਿਹੀ ਬਾਧਾ ਪੈਦਾ ਨਾ ਹੋਵੇ, ਇਹੋ ਜਿਹੇ ਉਹਦੇ ਵਿੱਚ ਸੀਨ ਨਾ ਹੋਣ, ਇਹੋ ਜਿਹੇ ਦ੍ਰਿਸ਼ ਨਾ ਹੋਣ ਜਿਨ੍ਹਾਂ ਨੂੰ ਪੇਸ਼ ਕਰਨਾ ਰੰਗਮੰਚ ਦੇ ਉੱਤੇ ਸੰਭਵ ਨਾ ਹੋਵੇ। ਭਾਵ ਇਹ ਹੈ ਕਿ ਉਸ ਦੇ ਵਿੱਚ ਸਮੇਂ, ਸਥਾਨ ਤੇ ਕਾਰਜ ਦੀ ਏਕਤਾ ਹੋਵੇ ਤਾਂ ਕਿ ਉਸ ਨੂੰ ਜਿਹੜਾ ਰੰਗਮੰਚ ਦੇ ਉੱਤੇ ਪੇਸ਼ ਕਰਨਾ ਸੁਖਾਲਾ ਹੋਵੇ। ਜਦੋਂ ਸਮੇਂ, ਸਥਾਨ ਤੇ ਕਾਰਜ ਦੀ ਏਕਤਾ ਹੋਊਗੀ, ਇੱਕੋ ਹੀ ਸਮੇਂ ਦੀ ਘਟਨਾ ਹੋਊਗੀ, ਇੱਕੋ ਹੀ ਸਥਾਨ ਦੀ ਘਟਨਾ ਹੋਊਗੀ ਤੇ ਇੱਕੋ ਹੀ ਕਾਰਜ ਹੋਊਗਾ ਤਾਂ ਉਸ ਨੂੰ ਰੰਗਮੰਚ ਦੇ ਉੱਤੇ ਪੇਸ਼ ਕਰਨਾ ਸੁਖਾਲਾ ਹੋਊਗਾ, ਸੌਖਾ ਹੋਊਗਾ। ਇਹ ਰੰਗਮੰਚ ਦੇ ਅਨੁਕੂਲ ਹੋਣ ਦਾ ਗੁਣ ਹੈ। ਜੇ ਇਹੋ ਜਿਹਾ ਨਹੀਂ ਹੈ, ਬਾਰ-ਬਾਰ ਸਥਾਨ ਬਦਲ ਰਿਹਾ ਹੈ, ਬਾਰ-ਬਾਰ ਘਟਨਾ ਬਦਲ ਰਹੀ ਹੈ, ਬਾਰ-ਬਾਰ ਸਮਾਂ ਬਦਲ ਰਿਹਾ ਹੈ ਤਾਂ ਉਸ ਨੂੰ ਰੰਗਮੰਚ ਦੇ ਉੱਤੇ ਪੇਸ਼ ਕਰਨਾ ਸੰਭਵ ਨਹੀਂ ਹੋਊਗਾ, ਔਖਾ ਹੋਊਗਾ ਤੇ ਉਹਦਾ ਪ੍ਰਭਾਵ ਵੀ ਫਿਰ ਨਹੀਂ ਪਊਗਾ। ਸਫਲ ਇਕਾਂਗੀ ਉਹੀ ਮੰਨਿਆ ਜਾਂਦਾ ਹੈ ਜਿਹੜਾ ਰੰਗਮੰਚ ਉੱਤੇ ਖੇਡਣ ਸਮੇਂ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ 'ਚ ਕਾਮਯਾਬ ਹੁੰਦਾ ਹੈ। ਭਾਵ ਜਦੋਂ ਉਸ ਨੂੰ ਰੰਗਮੰਚ ਦੇ ਉੱਤੇ ਪੇਸ਼ ਕੀਤਾ ਜਾਵੇ ਤਾਂ ਉਹ ਪਾਠਕਾਂ ਨੂੰ ਪ੍ਰਭਾਵਿਤ ਕਰੇ। ਦਰਅਸਲ ਰੰਗਮੰਚ ਹੀ ਇਕਾਂਗੀ ਦੀ ਕਸਵੱਟੀ ਹੈ। ਕਸਵੱਟੀ ਦਾ ਮਤਲਬ ਉਹਦੀ ਪਰਖ ਹੈ। ਜੇ ਉਹ ਰੰਗਮੰਚ ਦੇ ਉੱਤੇ ਸਫਲ ਹੋ ਗਿਆ ਤਾਂ ਉਹ ਇਕਾਂਗੀ ਹੈ ਜਿਹੜਾ ਸਫਲ ਹੈ, ਤੇ ਜੇ ਉਸ ਨੂੰ ਰੰਗਮੰਚ ਦੇ ਉੱਤੇ ਨਹੀਂ ਖੇਡਿਆ ਜਾ ਸਕਦਾ ਤਾਂ ਫਿਰ ਉਹ ਇਕਾਂਗੀ ਹੈ ਜਿਹੜਾ ਅਸਫਲ ਹੈ। ਇਹ ਸੀ ਰੰਗਮੰਚੀ ਅਨੁਕੂਲਤਾ ਦੀ ਗੱਲ ਕਿ ਹਰੇਕ ਇਕਾਂਗੀ ਦਾ ਜਿਹੜਾ ਇਹ ਗੁਣ ਹੋਣਾ ਚਾਹੀਦਾ ਹੈ ਕਿ ਉਸ ਨੂੰ ਰੰਗਮੰਚ ਦੇ ਉੱਤੇ ਪੇਸ਼ ਕੀਤਾ ਜਾ ਸਕੇ। ਤਾਂ ਅਸੀਂ ਗੱਲ ਕੀਤੀ ਇਕਾਂਗੀ ਦੀ ਪਰਿਭਾਸ਼ਾ ਦੀ, ਇਕਾਂਗੀ ਦੇ ਤੱਤਾਂ ਦੀ। ਉਮੀਦ ਕਰਦਾ ਹਾਂ ਕਿ ਆਪ ਸਭ ਨੂੰ ਸਮਝ ਆਇਆ ਹੋਵੇਗਾ। ਆਪਾਂ ਮਿਲਾਂਗੇ ਕਿਸੇ ਨਵੇਂ ਅਧਿਐਨ ਬਿੰਦੂ ਦੇ ਨਾਲ। ਉਦੋਂ ਤੱਕ ਲਈ ਆਪ ਸਭ ਵਿਦਿਆਰਥੀਆਂ ਨੂੰ ਸਤਿ ਸ਼੍ਰੀ ਅਕਾਲ।